ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅੱਜ ਆਪਾਂ ਅਸ਼ਟਪਦੀ 19ਵੀਂ ਤੇ ਪਦ ਚੌਥਾ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਵਿਚਾਰਨ ਜਾ ਰਹੇ ਹਾਂ। ਧੰਨ ਧੰਨ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਪ੍ਰਾਣੀ ਨੂੰ ਪ੍ਰਭੂ ਨਾਲ ਜੋੜਨ ਦੀ ਬਹੁਤ ਹੀ ਸੌਖੀ ਵਿਧੀ ਸਾਨੂੰ ਸਮਝਾ ਰਹੇ ਹਨ। ਗੁਰੂ ਪਿਆਰਿਓ, ਆਪਾਂ ਅਕਸਰ ਬੇਨਤੀ ਕਰਦੇ ਹਾਂ ਕਿ ਕੋਈ ਵੀ ਪ੍ਰਾਣੀ ਇਸ ਧਰਤੀ ਉੱਤੇ ਇੰਨਾ ਸਿਆਣਾ ਨਹੀਂ ਹੈ, ਇੰਨਾ ਵਿਵੇਕ ਬੁੱਧ ਵਾਲਾ ਨਹੀਂ ਹੈ, ਜਿਹੜਾ ਸੱਚੇ ਪਾਤਸ਼ਾਹ ਦੀਆਂ ਰਮਜ਼ਾਂ ਨੂੰ ਸਮਝ ਸਕੇ। ਜਿਸ ਤਰ੍ਹਾਂ ਉਹ ਬੁਲਾਉਂਦੇ ਹਨ ਉਸੇ ਤਰ੍ਹਾਂ ਪ੍ਰਾਣੀ ਬੋਲਦਾ ਹੈ। ਜਿਸ ਤਰ੍ਹਾਂ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ ਉਸੇ ਤਰ੍ਹਾਂ ਪ੍ਰਾਣੀ ਸੁਣਦਾ ਹੈ। ਜਿਸ ਤਰ੍ਹਾਂ ਪਾਤਸ਼ਾਹ ਸਮਝਾਉਂਦੇ ਹਨ ਉਸ ਤਰ੍ਹਾਂ ਹੀ ਪ੍ਰਾਣੀ ਸਮਝਦਾ ਹੈ। ਸੁਖਮਨੀ ਸਾਹਿਬ ਦੇ ਵਿੱਚ ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ 24,000 ਅੱਖਰਾਂ ਦੀ ਵਰਤੋਂ ਕੀਤੀ ਹੈ। ਇੱਕ ਅਸ਼ਟਪਦੀ ਦੇ ਤਕਰੀਬਨ 1,000 ਅੱਖਰ ਹਨ। ਇੱਕ ਅਸ਼ਟਪਦੀ ਦੇ 8 ਭਾਗ ਹਨ, ਜਾਣੀ 8 ਪਦ ਹਨ। 8 ਪਦਾਂ ਵਾਲੀ ਅਸ਼ਟਪਦੀ। ਦੂਸਰੇ ਪਾਸੇ ਪ੍ਰਾਣੀ ਸਮੇਂ ਦੀ ਮੁੱਢਲੀ ਕਿਰਿਆ ਪਲ ਛਿਨ, ਇੱਕ ਅੱਖ ਦਾ ਝਮਕਣ ਜਿੰਨਾ ਸਮਾਂ ਸ਼ੁਰੂ ਹੁੰਦਾ ਉਹਦਾ ਇਹ ਚੱਲਣਹਾਰ ਜੀਵਨ, ਤੇ ਜਾ ਕੇ ਉਹਦੀ ਉਮਰ ਦੇ ਆਖਰੀ ਸਵਾਸ ਤੱਕ ਚੱਲਦਾ। ਜਿੰਨੇ ਉਹਨੂੰ ਸਵਾਸ ਆਉਂਦੇ ਹਨ ਉਹ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਆਉਂਦੇ ਹਨ। 24 ਘੰਟਿਆਂ ਦੇ ਵਿੱਚ 24,000 ਸਵਾਸ, 8 ਪਹਿਰ, 3 ਘੜੀਆਂ ਦਾ ਇੱਕ ਪਹਿਰ। ਇੱਕ ਪਾਸੇ ਸਦੀਵੀ ਹੈ, ਇੱਕ ਪਾਸੇ ਆਰਜੀ ਹੈ। ਇੱਕ ਪਾਸੇ ਕੱਚਾ ਹੈ, ਦੂਜੇ ਪਾਸੇ ਪੱਕਾ ਹੈ। ਧੰਨ ਧੰਨ ਗੁਰੂ ਅਰਜਨ ਦੇਵ ਜੀ ਕੱਚੇ ਨੂੰ ਪੱਕਾ ਬਣਾਉਣਾ ਚਾਹੁੰਦੇ ਹਨ, ਆਪਣੇ ਸਿੱਖ ਨੂੰ ਸਮਝਾਉਣਾ ਚਾਹੁੰਦੇ ਹਨ, ਮਿਹਰ ਕਰਦੇ ਹਨ। ਚੌਥੇ ਪਦ ਦੇ ਵਿੱਚ ਤਤ ਵਿਚਾਰ ਕਹੇ ਜਨ ਸਾਚਾ। ਉਹ ਪ੍ਰਾਣੀ ਸੱਚਾ ਇਨਸਾਨ ਹੈ ਜਿਹੜਾ ਸਾਰ ਵਸਤੂ ਦੇ ਸਿਮਰਨ ਦਾ ਉਪਦੇਸ਼ ਦਿੰਦਾ ਹੈ, ਜਿਹੜਾ ਠੋਸ ਸੱਚਾਈ ਦਾ ਵਰਣਨ ਕਰਦਾ ਹੈ। ਉਹ ਬਿਲਕੁਲ ਹੀ ਟਰੂ ਮੈਨ ਹੈ। ਜਨਮ ਮਰੇ ਸੋ ਕਾਚੇ ਕਾਚਾ। ਜਿਹੜਾ ਮਰਦਾ ਹੈ ਫਿਰ ਜਨਮ ਲੈਂਦਾ ਹੈ ਉਹ ਕੱਚਾ ਹੈ। ਜਿਹੜੇ ਪ੍ਰਭੂ ਨੂੰ ਪਿਆਰੇ ਬਣ ਜਾਂਦੇ ਹਨ ਉਹ ਮੁੜ ਕੇ ਜਨਮ ਦੇ ਵਿੱਚ ਨਹੀਂ ਆਉਂਦੇ, ਉਹਦਾ ਹੀ ਰੂਪ ਬਣ ਜਾਂਦੇ ਹਨ। ਬੂੰਦ ਪਾਣੀ ਨਾਲੋਂ ਵਿਛੜੀ ਸੀ, ਪਾਣੀ ਨਾਲ ਮਿਲ ਗਈ। ਨਿੰਦਕ, ਚੁਗਲਖੋਰ, ਹਰਾਮਖੋਰ, ਕੁੜਿਆਰ ਲੋਕ ਹੈ ਜਿਹੜੇ, ਉਹ ਮੁੜ ਕੇ ਲਾਈਫ ਸਾਈਕਲ ਦੇ ਵਿੱਚ ਆਉਂਦੇ ਹਨ, ਜਨਮਦੇ ਹਨ ਤੇ ਮਰਦੇ ਹਨ। ਉਹਨਾਂ ਦੀ ਹੀ ਵਿਚਾਰ ਸੱਚੇ ਪਾਤਸ਼ਾਹ ਸਮਝਾਉਂਦੇ ਹਨ ਕਿ ਜਿਹੜੇ ਕੱਚੇ ਹੈ ਉਹਨਾਂ ਦਾ ਆਉਣ ਜਾਣ ਲੱਗਿਆ ਰਹਿੰਦਾ ਹੈ। ਜਨਮ ਮਰੇ ਸੋ ਕਾਚੇ ਕਾਚਾ, ਆਵਾ ਗਵਣ ਮਿਟੈ ਪ੍ਰਭ ਸੇਵ।
ਪ੍ਰੀਤਮ ਦੀ ਸੇਵਾ ਕਰਨ ਨਾਲ, ਉਹਦਾ ਸ਼ੁਕਰਾਨਾ ਕਰਨ ਦੇ ਨਾਲ ਪ੍ਰਭੂ ਮਿਲ ਜਾਂਦਾ ਹੈ, ਅਤੇ ਜਿਹੜਾ ਆਉਣਾ ਜਾਣਾ ਇਹ ਵੀ ਮੁੱਕ ਜਾਂਦਾ ਹੈ। ਓਨੀ ਦੇਰ ਭਟਕਣਾ ਖਤਮ ਨਹੀਂ ਹੁੰਦੀ ਜਿੰਨੀ ਦੇਰ ਦਾਤਾ ਬਾਂਹ ਨਹੀਂ ਫੜਦਾ। ਜਿਹੜਾ ਡੋਲਦਾ ਹੈ ਉਹ ਮੁੜ ਕੇ ਆਉਂਦਾ ਹੈ, ਜਿਹੜਾ ਸਥਿਰ ਹੋ ਗਿਆ, ਭਰ ਗਿਆ, ਉਹ ਖੜਕਦਾ ਨਹੀਂ, ਅਮਰ ਹੋ ਜਾਂਦਾ ਹੈ। ਆਵਾ ਗਵਨ ਮਿਟੇ ਪ੍ਰਭ ਸੇਵ, ਆਪ ਤਿਆਗ ਸ਼ਰਨ ਗੁਰਦੇਵ। ਆਪਣੇ ਆਪ ਨੂੰ ਛੱਡਣਾ ਹੀ ਔਖਾ ਹੈ, ਆਪਣੇ ਆਪ ਨੂੰ ਕੁਰਬਾਨ ਕਰਨਾ ਹੀ ਕਠਿਨ ਹੈ। ਪ੍ਰਭੂ ਦੀ ਸਹਾਇਤਾ ਤੋਂ ਬਿਨਾਂ, ਪ੍ਰਭੂ ਦੀ ਮਦਦ ਤੋਂ ਬਿਨਾਂ ਪੁਰਾਣੀ ਮਾਇਆ ਨੂੰ ਕਿਵੇਂ ਛੱਡ ਸਕਦਾ ਹੈ, ਆਪਣੀ ਮੈਂ ਨੂੰ ਕਿਵੇਂ ਤਿਆਗ ਸਕਦਾ ਹੈ। ਇੱਕ ਜਿਲਨ ਦੇ ਵਿੱਚ ਫਸਿਆ ਇਨਸਾਨ ਆਪਣੇ ਆਪ ਨੂੰ ਕਿਵੇਂ ਸੁਤੰਤਰ ਕਰ ਸਕਦਾ ਹੈ। ਉਹਦੀ ਮਿਹਰ ਨਾਲ ਹੀ ਨਿਕਲ ਸਕਦਾ ਹੈ। ਸਭ ਤੋਂ ਵੱਡੀ ਰੁਕਾਵਟ ਪ੍ਰਭੂ ਤੇ ਪ੍ਰਾਣੀ ਦੇ ਵਿੱਚ ਹਉਮੈ ਦੀ ਹੈ। ਪ੍ਰਭੂ ਹਉਮੈ ਲੈਸ ਹੈ, ਪ੍ਰਾਣੀ ਭਰਿਆ ਹੋਇਆ ਹੈ। ਜਿੰਨੀ ਦੇਰ ਕੰਪੈਟੇਬਲ ਨਹੀਂ ਬਣਦਾ, ਜਿੰਨੀ ਦੇਰ ਆਪਣੀ ਆਕੜ ਨੂੰ ਤਿਆਗਦਾ ਨਹੀਂ, ਓਨੀ ਦੇਰ ਮੇਲ ਨਹੀਂ ਹੋ ਸਕਦਾ, ਸੰਗਮ ਨਹੀਂ ਰਚਿਆ ਜਾ ਸਕਦਾ। ਉਹਨੂੰ ਆਪਣੇ ਆਪ ਨੂੰ ਤਿਆਗ ਕੇ, ਆਪਣੇ ਆਪ ਨੂੰ ਬਾਹਰ ਕੱਢ ਕੇ, ਆਪਣੀ ਸ਼ੇਖੀ ਨੂੰ ਮਾਰ ਕੇ ਗੁਰੂ ਦੇ ਚਰਨਾਂ ਦੇ ਵਿੱਚ ਪਨਾਹ ਲੈਣੀ ਪਵੇਗੀ, ਨਿਰੰਕਾਰੀ ਦੀ ਸ਼ਰਨ ਲੈਣੀ ਪਵੇਗੀ। ਇਸ ਕਰਕੇ ਹੀ ਉਹਦਾ ਆਉਣ ਜਾਣ ਮੁੱਕ ਸਕਦਾ ਹੈ। ਇਉ ਰਤਨ ਜਨਮ ਕਾ ਹੋਏ ਆਧਾਰ, 84 ਲੱਖ ਜੂਨ ਹੈ। ਹਰ ਉਸ ਚੱਕਰ ਦੇ ਵਿੱਚ ਲੰਘਦਾ ਹੈ। ਬੇਸ਼ੁਮਾਰ ਬੇਸ਼ੁਮਾਰ ਸਮਾਂ ਹੈ, ਆਉਣ ਜਾਣ ਲੱਗਿਆ ਰਹਿੰਦਾ ਹੈ। ਕੁਝ ਜੂਨਾਂ ਇੰਨੀਆਂ ਵੱਡੀਆਂ ਹਨ ਜਿਹੜੀਆਂ ਮੁੱਕਦੀਆਂ ਹੀ ਨਹੀਂ ਹਨ। ਪੁਰਾਣੀ ਇਨਸਾਨ ਹਿਊਮਨ ਬੀਇੰਗ ਭਾਗਾਂ ਵਾਲਾ ਹੈ। ਇਹ ਆਖਰੀ ਜੂਨ ਹੈ ਜਿੱਥੇ ਫੈਸਲਾ ਹੁੰਦਾ ਹੈ ਕਿ ਮੁੜ ਕੇ ਜਾਣਾ ਹੈ ਜਾਂ ਫਿਰ ਖਤਮ ਹੈ। ਜਨਮ ਅਵੇਸਲਾ ਗਵਾ ਦਿੰਦੇ ਹਨ ਜਿਨ੍ਹਾਂ ਨੂੰ ਪਤਾ ਨਹੀਂ ਕਿ ਇਹ ਰਤਨ ਕਿੰਨਾ ਵਡਮੁੱਲਾ ਹੈ। ਰਸਤੇ ਦੇ ਵਿੱਚ ਪਿਆ ਹੋਇਆ ਰਤਨ ਇੱਕ ਸੰਸਾਰੀ ਨੂੰ ਕੀ ਪਤਾ ਕਿੰਨਾ ਮੁੱਲ ਹੈ। ਪਹਿਲਾ ਸੰਸਾਰੀ ਲੰਘਦਾ ਹੈ, ਦੇਖਦਾ ਹੀ ਨਹੀਂ ਚਮਕਣ ਵਾਲੀ ਕੋਈ ਚੀਜ਼ ਹੈ, ਮੈਂ ਕੀ ਲੈਣਾ ਹੈ, ਬੱਚਿਆਂ ਦੀ ਖੇਡ ਹੈ। ਜਦੋਂ ਜੌਹਰੀ ਆਉਂਦਾ ਹੈ ਜਿਹੜਾ ਕਿ ਹਮੇਸ਼ਾ ਹੀ ਚਮਕਣ ਵਾਲੀ ਵਸਤੂ ਨੂੰ ਲੱਭਦਾ ਰਹਿੰਦਾ ਹੈ, ਭੁਲੇਖਾ ਪੈਂਦਾ ਰਹਿੰਦਾ ਹੈ, ਉਹ ਉਸ ਹੀਰੇ ਨੂੰ, ਉਸ ਰਤਨ ਨੂੰ ਚੁੱਕ ਲੈਂਦਾ ਹੈ, ਗੌਰ ਨਾਲ ਦੇਖਦਾ ਹੈ ਆਪਣੀਆਂ ਪਾਰਖੂ ਅੱਖਾਂ ਦੇ ਨਾਲ। ਫਿਰ ਨਾਲ ਲੈ ਕੇ ਬਾਜ਼ਾਰ ਦੇ ਵਿੱਚ ਜਾਂਦਾ ਹੈ ਜਿੱਥੇ ਉਹਦੇ ਸਾਥੀ ਹੋਰ ਜੌਹਰੀ ਉਹਦੇ ਬਾਰੇ ਖੋਜ ਕਰਦੇ ਹਨ, ਵਡਮੁੱਲੇ ਪੱਥਰ ਦੀ, ਰਤਨ ਦੀ, ਹੀਰੇ ਦੀ, ਲਾਲ ਦੀ। ਬਹੁਤ ਹੀ ਵੱਡੀ ਕੀਮਤ ਵਾਲਾ ਨਿਕਲਿਆ। ਉਸੇ ਥਾਂ ਉੱਤੋਂ ਸੰਸਾਰੀ ਗੁਜ਼ਰਿਆ, ਨਹੀਂ ਪਤਾ ਚੱਲਿਆ। ਮੌਕਾ ਦੋਨਾਂ ਨੂੰ ਹੀ ਮਿਲਿਆ ਹੈ।
ਜੌਹਰੀ ਨੇ ਪਛਾਣ ਲਿਆ ਤੇ ਉਹਦਾ ਮੁੱਲ ਵੱਟ ਲਿਆ। ਇਸੇ ਤਰ੍ਹਾਂ ਜੀਵਨ ਹਰ ਕਿਸੇ ਨੂੰ ਮਿਲਿਆ ਹੈ। ਪ੍ਰਭੂ ਦੀ ਬਖਸ਼ਿਸ਼ ਦੇ ਨਾਲ 84 ਲੱਖ ਜੂਨ ਤੋਂ ਬਾਅਦ ਇਹ ਹੀਰੇ ਵਰਗਾ ਜਨਮ ਪ੍ਰਾਪਤ ਹੋਇਆ ਹੈ। ਪਰ ਕਈ ਜੌਹਰੀ ਦੀ ਤਰ੍ਹਾਂ ਇਹਨੂੰ ਪਹਿਚਾਣ ਲੈਂਦੇ ਹਨ, ਇਹਨੂੰ ਉੱਚਾ ਚੁੱਕ ਦਿੰਦੇ ਹਨ, ਤੇ ਕਈ ਰਾਹ ਵਿੱਚ ਜਾਣ ਵਾਲੇ ਸੰਸਾਰੀ ਦੀ ਤਰ੍ਹਾਂ ਗਵਾ ਲੈਂਦੇ ਹਨ। ਮੁੜ ਕੇ ਮੌਕਾ ਨਹੀਂ ਲੱਭਦਾ। ਜਿਹਨੇ ਇਹਦੀ ਕਦਰ ਕਰ ਲਈ ਉਹਦਾ ਆਧਾਰ ਹੋ ਗਿਆ। ਉਹਦੀ ਮਾਇਆ ਨਾਲ ਲੱਦੀ ਹੋਈ ਕਿਸ਼ਤੀ ਤ੍ਰਿਸ਼ਨਾ ਨਾਲ ਭਰੀ ਹੋਈ ਪਾਰ ਲੱਗ ਜਾਂਦੀ ਹੈ। ਸਿਰਫ ਤੇ ਸਿਰਫ ਵਿਧੀ ਅਪਣਾਉਣ ਦੇ ਨਾਲ। ਹਰ ਹਰ ਸਿਮਰ ਪ੍ਰਾਨ ਆਧਾਰ। ਤੂੰ ਸੁਆਮੀ ਮਾਲਕ ਦੀ ਆਰਾਧਨਾ ਕਰ, ਜੋ ਤੇਰੀ ਜਿੰਦ ਜਾਨ ਦਾ ਆਸਰਾ ਹੈ। ਜਿਸ ਤਰ੍ਹਾਂ ਥੰਮ ਵੱਡੀ ਬਿਲਡਿੰਗ ਨੂੰ ਆਪਣੇ ਉੱਤੇ ਚੁੱਕ ਲੈਂਦਾ ਹੈ, ਉਹਦਾ ਆਧਾਰ ਬਣ ਜਾਂਦਾ ਹੈ। ਇਸੇ ਤਰ੍ਹਾਂ ਗੁਰੂ ਦੇ ਭਗਤ ਦਾ ਆਧਾਰ ਨਾਮ ਹੈ, ਹਰੀ ਦੀ ਆਰਾਧਨਾ ਹੈ। ਉਹ ਜੀਂਦਾ ਹੀ ਹਰੀ ਦੇ ਨਾਮ ਉੱਤੇ ਹੈ। ਜਿਸ ਤਰ੍ਹਾਂ ਮਛਲੀ ਪਾਣੀ ਉੱਤੇ, ਜਲ ਉੱਤੇ ਜੀ ਰਹੀ ਹੈ, ਉਹਦਾ ਜੀਵਨ ਪਾਣੀ ਉੱਤੇ ਆਧਾਰਿਤ ਹੈ। ਇਸੇ ਤਰ੍ਹਾਂ ਪ੍ਰੀਤਮ ਪਿਆਰੇ ਦੀ ਭਗਤੀ ਕਰਨ ਵਾਲੇ ਦਾ ਜੀਵਨ ਕੀਰਤਨ ਉੱਤੇ ਹੈ, ਉਹਦਾ ਨਾਮ ਲੈਣ ਉੱਤੇ ਹੈ। ਅਨੇਕ ਅਪਾਪ ਨਾ ਛੂਟਨ ਹਾਰੇ। ਕੀ ਹੈ? ਜਿੰਨੇ ਮਰਜ਼ੀ ਢੰਗ ਤਰੀਕੇ ਅਪਣਾਈ ਜਾ, ਜਿੰਨਾ ਮਰਜ਼ੀ ਭਟਕਦਾ ਰਹਿ, ਮਾਇਆ ਨੂੰ ਇਕੱਠੀ ਕਰ ਲੈ, ਦੁਨੀਆ ਦੇ ਵਿੱਚ ਆਪਣੀ ਸੋਭਾ ਖੱਟ ਲੈ, ਉਮਰ ਦੀ ਬੇਨਤੀ ਕਰਕੇ ਉਮਰ ਵਧਾ ਲੈ। ਸੰਤਾਨ ਬੇਸ਼ੁਮਾਰ ਰਾਵਣ ਦੀ ਤਰ੍ਹਾਂ, ਲੱਖਾਂ ਮੁੰਡੇ ਤੇ ਲੱਖਾਂ ਕੁੜੀਆਂ, ਤੇਰਾ ਆਪਣਾ ਪਰਿਵਾਰ। ਪਰ ਜੇ ਗੁਰੂ ਦੀ ਮਿਹਰ ਨਹੀਂ ਤਾਂ ਫਿਰ ਹਨੇਰ ਹੀ ਹਨੇਰ ਹੈ। ਕਿ ਜਿੰਨਾ ਮਰਜ਼ੀ ਦੌੜਦਾ ਫਿਰ, ਤੇਰੇ ਅੰਦਰ ਵਾਲੀ ਕਸਤੂਰੀ ਉਹਦੀ ਮਿਹਰ ਨਾਲ ਉਜਾਗਰ ਨਹੀਂ ਹੋਣੀ। ਅਨੇਕ ਅਪਾਪ ਨਾ ਛੂਟਣ ਹਾਰੇ, ਸਿਮਰਤ ਸ਼ਾਸਤ ਵੇਦ ਵਿਚਾਰੇ। ਤੂੰ ਵੇਦਾਂ ਨੂੰ ਪੜ੍ਹ ਲੈ, ਪੜ੍ਹੀ ਚੱਲ, ਪੜ੍ਹੀ ਚੱਲ, ਹਰ ਰੋਜ਼ ਅਭਿਆਸ ਕਰੀ ਚੱਲ, ਕਰੀ ਚੱਲ। ਗੱਡਿਆਂ ਦੇ ਗੱਡੇ ਪੜ੍ਹ ਲੈ, ਉਹਨਾਂ 'ਤੇ ਸੋਚੀ ਚੱਲ, ਵਿਚਾਰ ਕਰੀ ਚੱਲ। ਤੂੰ ਹੀ ਤਾਂ ਵਿਚਾਰ ਕਰੇਗਾ। ਤੇਰੀ ਮੈਂ ਤਾਂ ਤੇਰੇ ਵਿੱਚ ਮੌਜੂਦ ਹੀ ਹੈ, ਉਹ ਤਾਂ ਤੂੰ ਛੱਡੀ ਹੀ ਨਹੀਂ। ਜੇ ਤੂੰ ਧਿਆਨੀ ਵੀ ਬਣੇਗਾ ਤਾਂ ਤਦ ਤੂੰ ਹੀ ਬਣੇਗਾ ਮੈਂ ਵਾਲਾ। ਜੇ ਤੂੰ ਗਿਆਨੀ ਬਣੇਗਾ ਤਾਂ ਮੈਂ ਵਾਲਾ ਹੀ ਗਿਆਨੀ ਬਣੇਗਾ। ਜਿੰਨੀ ਦੇਰ ਮੈਂ ਮੌਜੂਦ ਹੈ, ਉਹਨੇ ਨਹੀਂ ਟੁੱਕਣਾ। ਚਾਹੇ ਵੇਦ ਪੜ੍ਹ ਲੈ, ਚਾਹੇ ਸਿਮਰਤੀਆਂ ਸ਼ਾਸਤਰਾਂ ਦੇ ਗਿਆਨ ਸਿੱਖ ਲੈ। ਕੀ ਲਾਭ, ਕੀ ਉਹਨਾਂ ਦਾ ਫਾਇਦਾ? ਤੇਰੇ ਵਰਗਿਆਂ ਨੇ ਲਿਖੇ, ਤੇਰੇ ਵਰਗਿਆਂ ਨੇ ਗੱਡੇ ਲੱਦ ਲੱਦ ਕੇ ਛੱਡ ਦਿੱਤੇ। ਜਦ ਉਹ ਨਾ ਉਹਨੂੰ ਪਾ ਸਕੇ, ਤੇਰੇ ਪੜ੍ਹਨ ਦਾ ਕੀ ਲਾਭ? ਆਪਣੇ ਆਪ ਨੂੰ ਤਿਆਗ, ਗੁਰੂ ਅੱਗੇ ਬੇਨਤੀ ਕਰ, ਆਪਣੇ ਆਪ ਨੂੰ ਵਾਰ ਦੇ, ਨਿਸ਼ਾਵਰ ਕਰ ਦੇ। ਭੋਲੇ ਭਾ ਤੈਨੂੰ ਪ੍ਰੀਤਮ ਮਿਲ ਜਾਵੇਗਾ।
ਜੇ ਤੂੰ ਚਾਹੇ ਕਿ ਮੈਂ ਪ੍ਰੀਤਮ ਨੂੰ ਪਾ ਲਵਾਂਗਾ, ਮੈਂ ਉਹਨੂੰ ਅਪਣਾ ਲਵਾਂਗਾ, ਜਿੰਨੀ ਦੇਰ ਤੇਰੀ ਸ਼ੇਖੀ ਹੈ ਕਿ ਮੈਂ ਇਸ ਤਰ੍ਹਾਂ ਕਰ ਲਵਾਂਗਾ, ਮੈਂ ਉਸ ਤਰ੍ਹਾਂ ਕਰ ਲਵਾਂਗਾ, ਤੂੰ ਭੁੱਲ ਜਾ, ਤੂੰ ਨਹੀਂ ਪਾ ਸਕਦਾ। ਪਾਉਣਾ ਉਹਨੂੰ ਉਹਦੀ ਮਿਹਰ ਨਾਲ ਹੀ ਹੈ, ਗੁਰ ਪ੍ਰਸ਼ਾਦ ਨਾਲ ਹੀ ਉਹਨੇ ਮਿਲਣਾ ਹੈ। ਤੇਰੇ ਵਿੱਚ ਕੋਈ ਵੀ ਇਸ ਤਰ੍ਹਾਂ ਦੀ ਸ਼ਕਤੀ ਨਹੀਂ ਹੈ। ਤੂੰ ਪ੍ਰਭੂ ਨੂੰ ਪਾ ਲਵੇਂ, ਇਸ ਸੋਚ ਨਾਲ ਤੂੰ ਵੱਡਾ ਹੋ ਜਾਵੇਗਾ, ਵਾਹਿਗੁਰੂ ਛੋਟਾ ਹੋ ਜਾਵੇਗਾ। ਤੂੰ ਸੇਵਕ ਹੈ, ਤੂੰ ਦਾਸ ਹੈ, ਤੂੰ ਬਲਿਹਾਰੇ ਜਾਣ ਵਾਲਾ ਹੈ, ਤੂੰ ਆਰਾਧਨਾ ਕਰਨ ਵਾਲਾ ਹੈ। ਹੰਕਾਰ ਕਾਹਦਾ? ਮਨ ਵਾਸ਼ਤ ਨਾਨਕ ਫਲ ਪਾਏ, ਹਰ ਕੀ ਭਗਤ ਕਰੋ ਮਨ ਲਾਏ, ਮਨ ਵਾਂਛਤ ਨਾਨਕ ਫਲ ਪਾਏ। ਪ੍ਰਭੂ ਦੀ ਭਗਤੀ ਉਹਦੇ ਮਨ ਦੇ ਨਾਲ, ਉਹਦੀ ਕਿਰਪਾ ਦੇ ਨਾਲ, ਜਿਹੜਾ ਮਨ ਤੈਨੂੰ ਪ੍ਰਭੂ ਨੇ ਦਿੱਤਾ ਹੈ, ਇਹ ਤੇਰਾ ਮਨ ਨਹੀਂ ਹੈ। ਇਹ ਤਨ ਜਿਹੜਾ ਤੂੰ ਚੁੱਕੀ ਫਿਰਦਾ ਹੈ ਪਿਆਰਿਆ, ਇਹ ਤੇਰਾ ਤਨ ਵੀ ਨਹੀਂ ਹੈ। ਕੀ ਹੈ ਤੇਰਾ? ਤੇਰਾ ਕੁਝ ਵੀ ਨਹੀਂ ਹੈ। ਤੇਰੇ ਕੋਲ ਸਿਰਫ ਸ਼ੇਖ ਹੀ ਹੈ, ਜਿਹੜੀ ਹੰਕਾਰ ਦੇ ਨਾਲ ਉਪਜੀ ਹੋਈ ਹੈ। ਜਿੰਨੀ ਦੇਰ ਤੂੰ ਉਹਨੂੰ ਨਿਮਰਤਾ ਨਹੀਂ ਬਣਾਉਂਦਾ, ਉਹਦਾ ਵਿਨਾਸ਼ ਨਹੀਂ ਕਰਦਾ, ਉਹਨੂੰ ਸਵਾਰ ਨਹੀਂ ਬਣਾਉਂਦਾ, ਉਨੀ ਦੇਰ ਪ੍ਰਭੂ ਤੇਰੇ ਨੇੜੇ ਨਹੀਂ ਆ ਸਕਦਾ। ਪਹਿਲੀ ਤੋਂ ਪਹਿਲੀ ਤੇਰੀ ਕੰਡੀਸ਼ਨ ਆਪਣੇ ਪ੍ਰਭੂ ਨੂੰ ਪ੍ਰਸੰਨ ਕਰਨ ਦੀ, ਉਹਨੂੰ ਦਿਆਲ ਕਰਨ ਦੀ, ਉਹ ਤੋਂ ਕਿਰਪਾਲਤਾ ਲੈਣ ਦੀ, ਆਪਾ ਛੱਡਣ ਦੀ ਹੈ। ਆਪਾ ਮੁੱਕ ਜਾਵੇ, ਉਹ ਤੈਨੂੰ ਅਪਣਾ ਲੈਂਦਾ ਹੈ। ਹਰ ਕੀ ਭਗਤ ਕਰੋ ਮਨ ਲਾਏ, ਮਨ ਲਾ, ਵਿਚਾਰ ਕਰ, ਬਿਨਾਂ ਵਿਚਾਰ ਤੋਂ ਪੜ੍ਹੀ ਜਾ, ਪੜ੍ਹੀ ਜਾ, ਬੋਲੀ ਜਾ, ਉਹ ਨੇੜੇ ਵੀ ਨਹੀਂ ਢੁੱਕਦਾ। ਹਾਂ, ਜਦ ਤੇਰੀ ਤਾਰ ਉਹਦੀ ਤਾਰ ਨਾਲ ਮਿਲ ਗਈ, ਜਦ ਤੇਰਾ ਮਾਈਂਡਲੈਸ ਹੋ ਗਿਆ, ਉਹਦੇ ਮਨ ਦੇ ਨਾਲ ਤੇਰਾ ਮਨ ਜੁੜ ਗਿਆ, ਫਿਰ ਤੈਨੂੰ ਉਹ ਮਿਲ ਗਿਆ। ਜਦੋਂ ਸੰਗਮ ਹੋ ਗਿਆ, ਪ੍ਰਾਪਤੀ ਹੋ ਗਈ, ਆਸਾਂ ਪੂਰੀਆਂ ਹੋ ਜਾਂਦੀਆਂ ਹਨ। ਤੇਰੀਆਂ ਆਸ਼ਾਵਾਂ, ਮਨ ਦੇ ਵਿੱਚ ਕਲਪੇ ਹੋਏ ਸੁਪਨੇ ਸਾਰੇ ਦੇ ਸਾਰੇ ਪੂਰੇ ਹੋ ਜਾਂਦੇ ਹਨ। ਪ੍ਰਭੂ ਤੈਨੂੰ ਮਿਲ ਜਾਂਦਾ ਹੈ। ਤੇਰੀ ਖੁਸ਼ੀ ਦੀ ਕੋਈ ਹੱਦ ਬਾਕੀ ਨਹੀਂ ਰਹਿੰਦੀ। ਮਨ ਵਾਂਛਤ ਨਾਨਕ ਫਲ ਪਾਏ। ਹੇ ਨਾਨਕ, ਜਿਹੜਾ ਮਨ ਲਾ ਕੇ ਭਗਤੀ ਕਰਦਾ ਹੈ, ਉਹਨੂੰ ਸਤਿਕਾਰਦਾ ਹੈ, ਉਹਨੂੰ ਵਿਚਾਰਦਾ ਹੈ, ਉਹ ਅਵਸ਼ ਹੀ ਆਪਣੇ ਭਗਤਾਂ ਨੂੰ ਮਿਲ ਜਾਂਦਾ ਹੈ। ਗੁਰੂ ਪਿਆਰਿਓ, ਇਸੇ ਪਦ ਨੂੰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਆਪਾਂ ਅੰਗਰੇਜ਼ੀ ਦੇ ਵਿੱਚ ਵਿਚਾਰ ਲਈਏ। ਤਤ ਵਿਚਾਰ ਕਹੇ ਜਨ ਸਾਚਾ, He is the true man who preaches the meditation of the real thing. ਜਨਮ ਮਰੇ ਸੋ ਕਾਚੇ ਕਾਚਾ, the falsest of the false is he who suffers transmigration.
ਆਵਾਗਮਨ ਮਿਟੇ ਪ੍ਰਭ ਸੇਵ, by remembering, by meditating, coming and going finish are ended. Serving God, reciting name, serving His beings, needed people. Prabhu bless you. Get out from reincarnation. Just stay forever. Become a part of Him. Aap त्याग शरण गुरदेव. Shed the self-conceit and seek the shelter of the divine Guru. eo ratan janm ka hoye adhar. Like this, thy invaluable life be saved. Har har simar pran adhar. Remember thou the Lord Master, who is the prop of thy life. Anik apav na shootan hare. By many efforts and by studying Simritis, Shastras and Vedas, man cannot be saved. What makes big difference? Reading without thinking is useless. Har ka bhagt karo man laye, man vanchit nanak phal paaye. Heartily apply thyself to God's meditation. Then thus obtain the heart you desire, the fruit you ever imagined. Guru will give to you. Your desired fruit you got. ए नानक, ਗੁਰੂ ਪਿਆਰਿਓ, ਬਹੁਤ ਹੀ ਸਾਦੇ ਤਰੀਕੇ ਦੇ ਨਾਲ ਪ੍ਰੀਤਮ ਪਿਆਰੇ ਨੇ ਸਾਨੂੰ ਸਮਝਾਇਆ ਹੈ ਕਿ ਪ੍ਰਾਣੀ, ਸਭ ਤੋਂ ਵੱਡਾ ਤੇਰਾ ਹੰਕਾਰ ਹੈ। ਤੇਰਾ ਹੰਕਾਰ ਹੀ ਸਭ ਤੋਂ ਵੱਡੀ ਤੇਰੇ ਰਸਤੇ ਦੇ ਵਿੱਚ ਰੁਕਾਵਟ ਹੈ, ਜਿਹੜੀ ਤੈਨੂੰ ਵਾਹਿਗੁਰੂ ਤੋਂ ਦੂਰ ਰੱਖਦੀ ਹੈ। ਸੱਚਾ ਇਨਸਾਨ ਜਿਹਨੇ ਉਹਨੂੰ ਪਾ ਲਿਆ ਹੈ ਆਪਣਾ ਮਾਰ ਕੇ, ਇੱਕ ਗੱਲ ਪੱਕੀ ਹੈ, ਯਕੀਨੀ ਹੈ ਕਿ ਜਿੰਨੀ ਦੇਰ ਮੈਂ ਜਿਉਂਦੀ ਹੈ, ਜਿੰਨੀ ਦੇਰ ਪ੍ਰਾਣੀ ਤੂੰ ਜਿਉਂਦਾ ਹੈ, ਤੂੰ ਐਗਜ਼ਿਸਟ ਕਰਦਾ ਹੈ, ਦੀਵਾਰ ਤੇਰੀ ਹੀ ਬਣਾਈ ਹੋਈ ਹੈ। ਕਿਵ ਕੂੜੇ ਟੁੱਟੇ ਪਾਲ, ਇਹ ਜਿਹੜੀ ਪਾਲ ਹੈ, ਜਿਹੜੀ ਕੰਧ ਹੈ, ਇਹ ਕੋਈ ਇੱਟਾਂ ਦੀ, ਗਾਰੇ ਦੀ, ਸੀਮਿੰਟ ਦੀ ਨਹੀਂ ਬਣੀ ਹੋਈ। ਇਹ ਤੇਰੀ ਮੈਂ ਦੀ ਹੀ ਬਣੀ ਹੋਈ ਹੈ। ਤੈਨੂੰ ਮੁੱਕਣਾ ਹੀ ਪਵੇਗਾ। ਜੇ ਉਹਨੂੰ ਪਾਉਣਾ ਹੈ ਤਾਂ ਅਵਸ਼ ਹੀ ਆਪਣੇ ਆਪ ਨੂੰ ਮਿਟਾਉਣਾ ਹੈ। ਤੂੰ ਉਹਨਾਂ ਦੇ ਪਿੱਛੇ ਲੱਗ ਜਾਂਦਾ ਹੈ, ਤੂੰ ਉਹਨਾਂ ਦੀ ਸੁਣਦਾ ਹੈ। ਤੇਰੇ ਸਲਾਹਕਾਰ ਕੱਚੇ ਹਨ, ਜਿਹੜੇ ਆਪ ਹੀ ਕੱਚੇ ਹਨ। ਉਹ ਕਿਸੇ ਨੂੰ ਪੱਕੇ ਹੋਣ ਦੀ ਸਲਾਹ ਕਿਸ ਤਰ੍ਹਾਂ ਦੇ ਸਕਦੇ ਹਨ? ਉਹਨਾਂ ਦਾ ਉਪਦੇਸ਼ ਝੂਠਾ ਹੈ। ਬਿਲਕੁਲ ਉਸੇ ਤਰ੍ਹਾਂ ਹੀ ਜਿਹੜਾ ਵਿਦਿਆਰਥੀ ਆਪ ਸਕੂਲ ਹੀ ਨਹੀਂ ਗਿਆ, ਵਿੱਦਿਆ ਪ੍ਰਾਪਤ ਨਹੀਂ ਕੀਤੀ, ਲਿਪੀ ਨੂੰ ਸਿੱਖਿਆ ਨਹੀਂ, ਕੋਈ ਵਕੈਬਲਰੀ ਉਹਦੇ ਮਨ ਦੇ ਵਿੱਚ ਹੈ ਨਹੀਂ, ਉਹ ਕਿਸ ਤਰ੍ਹਾਂ ਪਾਸ ਹੋ ਜਾਵੇਗਾ? ਉਹਨਾਂ ਨੂੰ ਸੱਚੇ ਪਾਤਸ਼ਾਹ ਕੱਚੇ ਕਹਿੰਦੇ ਹਨ। ਕਹਿੰਦੇ ਕੱਚੇ, ਸੁਣਦੇ ਕੱਚੇ,
ਕੱਚੀ ਆਖ ਬਖਾਣੀ। ਉਹਨਾਂ ਦੀ ਆਖਣੀ ਵੀ ਕੱਚੀ ਹੈ, ਉਹਨਾਂ ਦਾ ਬੋਲਣਾ ਵੀ ਕੱਚਾ ਹੈ। ਜਿਹੜੇ ਜਨਮਦੇ ਹਨ ਤੇ ਮਰਦੇ ਹਨ ਉਹ ਕੱਚੇ ਹੀ ਹਨ। ਜਦੋਂ ਤੂੰ ਗਰੀਬੀ ਲੈ ਲਈ, ਗਰੀਬੀ ਅਪਣਾ ਲਈ, ਤੂੰ ਹਰ ਵੇਲੇ ਸ਼ੇਖੀ ਮਾਰਨ ਦੀ ਥਾਂ ਆਪਣੇ ਹੱਥ ਜੋੜਨ ਲੱਗ ਪਿਆ, ਸਿਰ ਧਰਤੀ ਵੱਲ ਨਿਵਾਉਣ ਲੱਗ ਪਿਆ, ਫਿਰ ਤੇਰਾ ਆਵਾਗਮਨ ਹੈ ਜਿਹੜਾ ਉਹ ਮਿਟ ਜਾਵੇਗਾ। ਜਿਸ ਤਰ੍ਹਾਂ ਪਿਆਰਿਆਂ ਦਾ ਮਿਟਿਆ ਹੈ, ਉਹਦੇ ਦੁਲਾਰਿਆਂ ਦਾ ਮਿਟਿਆ ਹੈ, ਜਿਹੜੇ ਉਹਦੇ ਆਪ ਦੇ ਬਣ ਗਏ, ਉਹਨਾਂ ਨੂੰ ਧੰਨ ਧੰਨ ਗੁਰੂ ਅਰਜਨ ਦੇਵ ਜੀ ਬਹੁਤ ਭਾਗਾਂ ਵਾਲੇ ਦੱਸਦੇ ਹਨ ਅਤੇ ਉਹਨਾਂ ਦਾ ਸਤਿਕਾਰ ਪ੍ਰਭੂ ਜਿੰਨਾ ਹੀ ਕਰਦੇ ਹਨ। ਆਪਣੇ ਪਿਆਰੇ ਸਿੱਖਾਂ ਨੂੰ ਸਮਝਾਉਂਦੇ ਹਨ ਕਿ ਪ੍ਰਭੂ ਦਿਸਦਾ ਨਹੀਂ ਹੈ, ਪ੍ਰਭੂ ਦਾ ਕੋਈ ਆਕਾਰ ਨਹੀਂ ਹੈ, ਪ੍ਰਭੂ ਟਾਈਮਲੈਸ ਹੈ, ਐਨਮੀਲੈਸ ਹੈ, ਫੀਅਰਲੈਸ ਹੈ ਅਤੇ ਉਹ ਹਮੇਸ਼ਾ ਹੀ ਹੈ। ਪਰ ਜਿਹੜੇ ਉਹਨੂੰ ਪਾ ਲੈਂਦੇ ਹਨ, ਹੱਡ ਮਾਸ ਦੇ ਵਿੱਚ ਹਨ, ਦੇਖੇ ਜਾ ਸਕਦੇ ਹਨ, ਬੇਸ਼ੱਕ ਉਹ ਨਜ਼ਰ ਆਉਣ ਵਾਲੇ ਪਿਆਰੇ ਹਨ, ਪ੍ਰਭੂ ਦੇ ਦੁਲਾਰੇ ਹਨ, ਪਰ ਉਹ ਪ੍ਰਭੂ ਦਾ ਰੂਪ ਹੀ ਹਨ। ਜੇ ਪ੍ਰਭੂ ਦੀ ਗੱਲ, ਪ੍ਰਭੂ ਦਾ ਵਿਚਾਰ ਉਹਨਾਂ ਨਾਲ ਮਿਲ ਕੇ ਕੋਈ ਕਰਦਾ ਹੈ ਤਾਂ ਮੋਕਸ਼ ਪ੍ਰਾਪਤ ਕਰ ਲੈਂਦਾ ਹੈ। ਆਪਣੇ ਆਪ ਨੂੰ ਛੱਡਣ ਅਤੇ ਗੁਰੂ ਦੇ ਚਰਨਾਂ ਦੇ ਵਿੱਚ ਜੁੜਨਾ, ਇੱਥੋਂ ਭਗਤੀ ਸ਼ੁਰੂ ਹੁੰਦੀ ਹੈ। ਜਿੰਨਾ ਪ੍ਰਾਣੀ ਆਪਣੇ ਸੈਲਫ ਹੰਕਾਰ ਨੂੰ, ਸਵੈ ਹੰਕਤਾ ਨੂੰ ਛੱਡਦਾ ਜਾਂਦਾ ਹੈ, ਓਨੀ ਪ੍ਰਭੂ ਦੀ ਪਨਾਹ ਮਿਲਦੀ ਜਾਂਦੀ ਹੈ। ਨਿਰੰਕਾਰ ਦੇ ਚਰਨਾਂ ਦੇ ਵਿੱਚ ਜਗ੍ਹਾ ਪ੍ਰਾਪਤ ਹੁੰਦੀ ਹੈ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ ਕਿ ਕੋਈ ਸ਼ੱਕ ਨਹੀਂ ਪ੍ਰਾਣੀ, ਤੇਰਾ ਜਨਮ ਵਡਮੁੱਲਾ ਹੈ, ਬਹੁਤ ਘਾਲਣਾ ਤੋਂ ਬਾਅਦ ਤੈਨੂੰ ਪ੍ਰਾਪਤ ਹੋਇਆ ਹੈ। ਤੂੰ ਭਾਗਾਂ ਵਾਲਾ ਹੈ, ਕਰਮਾਂ ਵਾਲਾ ਹੈ, ਤੈਨੂੰ ਇਨਸਾਨ ਦਾ ਜਾਮਾ ਮਿਲਿਆ ਹੈ। ਹੁਣ ਉਡੀਕ ਕਾਹਦੀ ਕਰਦਾ ਹੈ, ਤਰੀਕਾ ਤੈਨੂੰ ਪਤਾ ਚੱਲ ਗਿਆ ਹੈ, ਸੱਚੇ ਪਾਤਸ਼ਾਹ ਨੇ ਸਮਝਾਇਆ ਹੈ। ਹੁਣ ਤੂੰ ਲਾਈਨ ਦੇ ਵਿੱਚ ਕਿਉਂ ਨਹੀਂ ਲੱਗਦਾ? ਭਗਤਾਂ ਦੀ ਲਾਈਨ ਦੇ ਵਿੱਚ ਲੱਗ ਕੇ ਆਪਣੀ ਬਾਰੀ ਅਪਣਾ ਲੈ, ਆਪਣੇ ਆਪ ਨੂੰ ਛੱਡ ਕੇ ਪ੍ਰੀਤਮ ਦਾ ਬਣ ਜਾ। ਇਹ ਹੀਰੇ ਵਰਗਾ ਜਨਮ ਹੈ, ਇਹਨੂੰ ਆਪਣਾ ਵਡਮੁੱਲਾ ਬਣਾ ਲੈ, ਤੇਰਾ ਅਵੱਸ਼ ਹੀ ਆਧਾਰ ਹੋ ਜਾਵੇਗਾ। ਇਹ ਦੁਨੀਆ ਦੇ ਵਿੱਚ ਕੋਈ ਵੀ ਸੁਖੀ ਨਹੀਂ ਹੈ। ਜਿਹਦੇ ਕੋਲ ਹੈ ਉਹ ਵੀ ਦੁਖੀ, ਜਿਹਦੇ ਕੋਲ ਕੁਝ ਵੀ ਨਹੀਂ ਉਹ ਵੀ ਪਰੇਸ਼ਾਨ। ਦੁਨੀਆ ਦੁੱਖਾਂ ਦਾ ਘਰ ਹੈ। ਸੁਖੀ ਉਹੀ ਹਨ ਜਿਹੜੇ ਉਹਦੇ ਸਤਿਕਾਰੇ ਹੋਏ ਹਨ, ਉਹਦੇ ਪਿਆਰੇ ਹੋਏ ਹਨ। ਉਹ ਭਗਤ ਲੋਕ, ਉਹ ਦਰਵੇਸ਼, ਉਹ ਮਲੰਗ ਜਿਹੜੇ ਆਪਣੇ ਆਪ ਨੂੰ ਕੁਝ ਵੀ ਨਹੀਂ ਸਮਝਦੇ, ਆਪਣੇ ਆਪ ਨੂੰ ਨਾ ਚੀਜ਼ ਪ੍ਰਭੂ ਦੇ ਚਰਨਾਂ ਦੀ ਧੂੜੀ ਮੰਨਦੇ ਹਨ। ਆਪਣੇ ਪ੍ਰਾਣਾਂ ਦਾ ਆਧਾਰ ਪ੍ਰਭੂ ਦੇ ਨਾਮ ਨੂੰ ਬਣਾ ਲੈ। ਹਰ ਵੇਲੇ ਜਦੋਂ ਤੂੰ ਸਵਾਸ ਅੰਦਰ ਖਿੱਚਦਾ ਹੈ, ਕੀ ਲੱਗਦਾ ਹੈ ਤੇਰਾ ਵਾਹਿਗੁਰੂ, ਪਰਮੇਸ਼ਰ, ਅੱਲਾ, ਈਸ਼ਵਰ ਕਹਿਣ ਦੇ ਲਈ? ਤੇਰਾ ਕੁਝ ਹੈ ਹੀ ਨਹੀਂ।
ਲਾਹਾ ਲੈ ਲੈ ਪ੍ਰਭੂ ਦੇ ਸਰੀਰ ਦਾ ਜਿਹੜਾ ਤੈਨੂੰ ਬਖਸ਼ਿਆ ਹੈ। ਖੱਟੀ ਖੱਟ ਲੈ ਉਹਦੇ ਮਨ ਦੀ ਜਿਹੜਾ ਤੈਨੂੰ ਸੌਂਪਿਆ ਹੈ। ਉਹਦਾ ਦਿੱਤਾ ਹੀ ਤੇਰੇ ਤਰਨ ਤਾਰਨ ਦੇ ਲਈ ਸਮਰੱਥ ਹੈ। ਜਿਹੜੇ ਤਰੀਕੇ ਤੂੰ ਵਰਤਦਾ ਹੈ ਉਹ ਛੂਟਣ ਹਾਰੇ ਨਹੀਂ ਹਨ। ਉਹ ਤੈਨੂੰ ਜ਼ਿਆਦਾ ਪਸਾਉਣ ਵਾਲੇ ਹਨ। ਬੇਸ਼ੱਕ ਤੂੰ ਸਿਆਣਪ ਜ਼ਾਹਰ ਕੀਤੀ ਹੈ, ਤੈਂ ਤੌਰ ਤਰੀਕੇ ਸਿੱਖ ਲਏ ਹਨ। ਵੇਦਾਂ ਸ਼ਾਸਤਰਾਂ ਨੂੰ ਪੜ੍ਹ ਕੇ ਥੱਕ ਗਿਆ, ਪਰ ਉਹ ਫਿਰ ਵੀ ਨਹੀਂ ਮਿਲਿਆ। ਜੇ ਤੈਨੂੰ ਰਾਹ ਦਾ ਨਹੀਂ ਪਤਾ, ਜਿਹੜੇ ਉਸ ਰਾਹ ਦੇ ਵਿੱਚ ਗਏ ਹਨ, ਤੁਰੇ ਹਨ, ਉਹਨਾਂ ਤੋਂ ਰਾਹ ਪੁੱਛ ਲੈ। ਉਹਨਾਂ ਪਿਆਰਿਆਂ ਤੋਂ, ਪ੍ਰਭੂ ਦਿਆਂ ਤੋਂ, ਉਹਨਾਂ ਤੋਂ ਮੱਤ ਲੈ ਲੈ। ਮਨ ਤੇਰਾ ਮਨ ਲੈਸ ਜਿੰਨੀ ਦੇਰ ਨਹੀਂ ਹੁੰਦਾ, ਤੂੰ ਜਿੰਨੀ ਦੇਰ ਆਈ ਲੈਸ ਨਹੀਂ ਬਣਦਾ, ਓਨੀ ਦੇਰ ਪ੍ਰੀਤ ਅਧੂਰੀ ਹੈ। ਸਭ ਕੁਝ ਹੀ ਉਹਦਾ ਹੈ, ਤੂੰ ਵੀ ਉਹਦਾ ਹੈ। ਤੇਰੀ ਖਾਹਸ਼ ਵੀ ਉਹਦੀ ਹੈ ਉਹਨੂੰ ਪਾਉਣ ਦੀ। ਤੂੰ ਸਾਰਾ ਕੁਝ ਉਹਨੂੰ ਅਰਪਣ ਹੀ ਕਰ ਦੇ। ਸੌਖਾ ਤਰੀਕਾ ਇਹ ਹੈ ਕਿ ਤੂੰ ਆਪਣੇ ਆਪ ਨੂੰ ਢੇਰੀ ਕਰ ਦੇ। ਬਿਲਕੁਲ ਵੀ ਬਚਾ ਨਾ। ਜਦ ਤੂੰ ਹੁਸ਼ਿਆਰੀ ਕਰਦਾ, ਫਿਰ ਤੂੰ ਥੋੜ੍ਹਾ ਬਹੁਤਾ ਆਪਣੇ ਆਪ ਨੂੰ ਬਚਾ ਲੈਂਦਾ ਹੈ। ਇਹੀ ਤਾਂ ਘਾਟ ਹੈ। ਬਿਲਕੁਲ ਵੀ ਨਹੀਂ ਬਚਣਾ ਚਾਹੀਦਾ। ਪੂਰੇ ਦਾ ਪੂਰਾ ਸਮਾਪਤ ਹੋਣਾ ਹੀ ਸੰਗਮ ਹੈ, ਸਮੇਲ ਹੈ। ਇਹ ਵਿਚਾਰ, ਇਹ ਖਿਆਲ ਉਹਦੀ ਮਿਹਰ ਨਾਲ ਹੀ ਉਪਜਦੇ ਹਨ। ਜਿੰਨੇ ਫੁਰਨੇ ਤੇਰੇ ਮਨ ਦੇ ਵਿੱਚ ਫੁਰਦੇ ਹਨ, ਉਹ ਉਹਦੀ ਮਿਹਰ ਦੇ ਫੁਰਨੇ ਹਨ। ਭਗਤੀ ਦਾ ਫੁਰਨਾ, ਉਹਦੇ ਵੱਲ ਤੁਰਨ ਦਾ ਫੁਰਨਾ, ਉਹ ਵੀ ਉੱਥੋਂ ਹੀ ਆਉਣਾ ਹੈ ਜਿੱਥੋਂ ਪਦਾਰਥ ਇਕੱਠੇ ਕਰਨ ਦਾ ਫੁਰਨਾ ਤੇਰੇ ਮਨ ਵਿੱਚ ਆਉਂਦਾ ਹੈ। ਫੁਰਨਿਆਂ ਦਾ ਭੇਜਣ ਵਾਲਾ, ਫੁਰਨਿਆਂ ਨੂੰ ਅਪਾਉਣ ਵਾਲਾ ਤੇਰੇ ਸਰੀਰ ਦੇ ਵਿੱਚ ਨਹੀਂ ਹੈ। ਉਹ ਟਰਾਂਸਮਿਟ ਕਰਦਾ ਹੈ, ਤੂੰ ਰਿਸੀਵ ਕਰਦਾ ਹੈ। ਇਸ ਬਹਾਨੇ ਨਾਲ ਕਿ ਸਾਰਾ ਤੇਰਾ ਕੁਝ ਹੈ। ਤੂੰ ਸੋਚਦਾ ਹੈ, ਤੂੰ ਮਹਿਲ ਬਣਾਉਣ ਦੇ ਸਮਰੱਥ ਹੈ। ਤੂੰ ਸਾਰੇ ਆਪਣਾ ਨਾਂ ਚਮਕਾਉਣ ਦੇ ਲਈ ਸਮਰੱਥ ਹੈ। ਪਰ ਇਹ ਸਾਰੇ ਦਾ ਸਾਰਾ ਝੂਠ ਹੈ। ਕੁਝ ਵੀ ਸੱਚ ਨਹੀਂ ਹੈ। ਉਹਦੀ ਮਿਹਰ ਤੋਂ ਬਿਨਾਂ ਤੂੰ ਉਹਨੂੰ ਪਾ ਹੀ ਨਹੀਂ ਸਕਦਾ। ਆਪਣੇ ਆਪ ਨੂੰ ਗਵਾ ਕੇ ਉਹਦੇ ਨੇੜੇ ਜਾ ਸਕਦਾ ਹੈ। ਜਿਸ ਤਰ੍ਹਾਂ ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਨਾਨਕ ਦੇਵ ਜੀ, ਸ਼ਾਮਾਂ ਦਾ ਸਮਾਂ ਹੈ, ਬੇਈ ਨਦੀ ਦਾ ਪਾਣੀ ਸੀਸੇ ਵਰਗਾ ਸਾਫ਼ ਝਲਕਾਰਾ ਮਾਰਦਾ ਹੈ ਤੇ ਨਾਨਕ ਨੂੰ ਇਸ਼ਾਰੇ ਕਰਦਾ ਹੈ, ਤੂੰ ਕੁੱਦ ਜਾ, ਕੁੱਦ ਜਾ। ਤੇਰੀ ਭਗਤੀ ਪੂਰੀ ਹੋ ਗਈ ਨਾਨਕ, ਤੂੰ ਆ ਜਾ, ਮੇਰੇ ਵਿੱਚ ਸਮੋ ਜਾ। ਨਾਨਕ ਨੇ ਚਮਕਦੇ ਹੋਏ ਪਾਣੀ ਦੀ ਆਵਾਜ਼ ਸੁਣ ਲਈ, ਸਮਝ ਲਈ, ਬਿਨਾਂ ਸੋਚੇ ਮਾਈਂਡਲੈਸ ਹੋ ਕੇ ਛਲਾਂਗ ਲਗਾ ਦਿੱਤੀ। ਉਹ ਪਾਣੀ ਨਾਨਕ ਨੂੰ ਪ੍ਰਭੂ ਦੇ ਕੋਲ ਲੈ ਗਿਆ।
ਪ੍ਰਭੂ ਦੀ ਬੁੱਕਲ ਦੇ ਵਿੱਚ ਬੈਠ ਕੇ ਨਾਨਕ ਨੇ ਅਰਜ਼ੋਈ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਮੈਂ ਗਰੀਬ ਹਾਂ, ਗਰੀਬਾਂ ਦਾ ਸੰਗੀ ਹਾਂ, ਮੈਨੂੰ ਹੋਰ ਗਰੀਬੀ ਦੇ ਦੇ। ਮੈਂ ਗਰੀਬੀ ਵਾਲਾ ਪਹਿਰਾਵਾ ਹੀ ਪਾਉਣਾ ਹੈ, ਗਰੀਬੀ ਵਾਲਾ ਜੀਵਨ ਹੀ ਜੀਣਾ ਹੈ। ਮੈਨੂੰ ਹੰਕਾਰੀਆਂ ਦੀ ਕੋਈ ਲੋੜ ਨਹੀਂ। ਜੇ ਤੂੰ ਤੁੱਠਿਆ ਹੈ, ਮੈਨੂੰ ਬੁਲਾਇਆ ਹੈ, ਮੈਨੂੰ ਮੇਰੇ ਪੱਲੇ ਦੇ ਵਿੱਚ ਗਰੀਬੀ ਪਾ ਦੇ। ਭਰ ਦਿੱਤਾ, ਪਰਮੇਸ਼ਰ ਨੇ ਨਾਨਕ ਦਾ ਪੱਲਾ ਭਰ ਦਿੱਤਾ ਗਰੀਬੀ ਦੇ ਨਾਲ। ਫਿਰ ਦੁਬਾਰਾ ਨਾਨਕ ਨਵਾਂ ਜੀਵਨ ਲੈ ਕੇ ਵੇਈ ਨਦੀ ਦੇ ਵਿੱਚੋਂ ਪ੍ਰਗਟ ਹੋਇਆ। ਨਾ ਕੋ ਹਿੰਦੂ, ਨਾ ਕੋ ਮੁਸਲਮਾਨ, ਨਾ ਕੋ ਹਿੰਦੂ, ਨਾ ਕੋ ਮੁਸਲਮਾਨ ਕਹਿੰਦਾ ਹੋਇਆ ਖੁਸ਼ ਪ੍ਰਸੰਨ ਮਰਦਾਨੇ ਨੂੰ ਗਲਵੱਖੜੀਆਂ ਹੀ ਪਾਈ ਜਾਂਦਾ ਹੈ, ਮਰਦਾਨੇ ਨੂੰ ਚੁੰਮੀ ਹੀ ਜਾਂਦਾ ਹੈ ਆਪਣੇ ਸਾਥੀ ਨੂੰ, ਜਿਹੜਾ 3 ਦਿਨਾਂ ਦਾ ਉਹਨੂੰ ਉਡੀਕ ਰਿਹਾ। ਨਾਨਕ ਖੋ ਗਿਆ ਕਰਕੇ ਲੋਕਾਂ ਨੂੰ ਕਹਿੰਦਾ। ਅੱਜ ਮਰਦਾਨਾ ਪ੍ਰਸੰਨ ਹੋ ਗਿਆ ਜਦੋਂ ਨਾਨਕ ਨਾ ਕੋ ਹਿੰਦੂ, ਨਾ ਕੋ ਮੁਸਲਮਾਨ ਪੁਕਾਰਦਾ ਦੀਵਾਨਾ ਹੋ ਗਿਆ। ਪਿਆਰਿਆ, ਨਾਨਕ ਨੂੰ ਨਵਾਂ ਨਕੋਰ ਪ੍ਰਭੂ ਦੇ ਰੂਪ ਵਾਲਾ ਜੀਵਨ ਮਿਲ ਗਿਆ, ਨਵਾਂ ਪੁਨਰ ਜਨਮ ਹੋ ਗਿਆ, ਕਿਉਂਕਿ ਉਹਨੇ ਆਪਣੇ ਆਪ ਨੂੰ ਸਮਰਪਣ ਕਰ ਦਿੱਤਾ। ਤੈਨੂੰ ਵੀ ਨਾਨਕ ਦੀ ਇਹੀ ਸਲਾਹ ਹੈ, ਇਹੀ ਤੈਨੂੰ ਸਲਾਹ ਹੈ ਕਿ ਤੂੰ ਪਹਿਲਾਂ ਆਪਣੇ ਆਪ ਨੂੰ ਮਿਟਾਉਣ ਦੀ ਸੋਚ। ਜ਼ਰੂਰੀ ਨਹੀਂ ਤੂੰ ਨਦੀ ਦੇ ਵਿੱਚ ਕੁੱਦੇ, ਜ਼ਰੂਰੀ ਨਹੀਂ ਤੂੰ ਅਲੋਪ ਹੋ ਜਾਵੇ। ਘਰ ਦੇ ਵਿੱਚ ਰਹਿੰਦਾ ਹੋਇਆ, ਆਪਣੇ ਪਰਿਵਾਰ ਨੂੰ ਪਾਲਦਾ ਹੋਇਆ ਤੂੰ ਸੰਨਿਆਸੀ ਬਣ ਸਕਦਾ ਹੈ, ਤੂੰ ਪ੍ਰਭੂ ਦਾ ਪਿਆਰਾ ਬਣ ਸਕਦਾ ਹੈ। ਤੈਨੂੰ ਉਹ ਘਰ ਆ ਕੇ ਮਿਲੇਗਾ। ਉਹਨੇ ਵਿਸ਼ੇਸ਼ ਰਹਿਤ ਦਿੱਤੀ ਹੈ। ਜਿਹੜੇ ਗ੍ਰਸਤੀ ਸੰਸਾਰੀ ਘਰ ਦੇ ਵਿੱਚ ਰਹਿ ਕੇ ਉਹਨੂੰ ਧਿਆਉਂਦੇ ਹਨ, ਉਹ ਆਪ ਚੱਲ ਕੇ ਆਉਂਦਾ, ਕਿਉਂਕਿ ਉਹਦੀ ਲੀਲਾ ਨੂੰ ਉਹ ਅੱਗੇ ਤੁਰਨ ਦੇ ਲਈ ਸਹਾਇਤਾ ਕਰਦੇ ਹਨ। ਜਿਹੜਾ ਉਹਦਾ ਬਣਾਇਆ ਹੋਇਆ ਰੀਪਰੋਡਕਸ਼ਨ ਸਿਸਟਮ ਹੈ, ਉਹਨੂੰ ਅੱਗੇ ਵਧਾਉਂਦੇ ਹਨ। ਪ੍ਰਭੂ ਪ੍ਰਸੰਨ ਹੁੰਦਾ ਹੈ ਉਹਨਾਂ ਦੀ ਮਸ਼ੱਕਤ ਉੱਤੇ। ਆਪਣਾ ਰੂਪ ਉਹਨਾਂ ਨੂੰ ਉਹਨਾਂ ਦੇ ਘਰ ਆ ਕੇ ਬਖਸ਼ਦਾ ਹੈ। ਪ੍ਰਸੰਨ, ਦਿਆਲੂ, ਕਿਰਪਾਲੂ, ਪ੍ਰੀਤਮ, ਪਿਆਰਾ ਈਸ਼ਵਰ, ਅੱਲਾ, ਗॉड, ਵਾਹਿਗੁਰੂ, ਸਤਿਨਾਮ, ਨਿਰੰਕਾਰ, ਸਾਰੀ ਦੁਨੀਆ ਨੂੰ ਪਾਲਣਹਾਰਾ। ਗੁਰੂ ਪਿਆਰਿਓ, ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਹੈ। ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਅਕਾਲ ਦੇ ਨਾਲ ਜੋੜਨ ਦੇ ਲਈ ਕਾਲ ਨੂੰ ਬਹੁਤ ਸੌਖੇ ਤਰੀਕੇ ਨਾਲ ਸਮਝਾਇਆ ਹੈ ਕਿ ਕਾਲ ਤੂੰ ਅਕਾਲ ਬਣ ਸਕਦਾ ਹੈ ਆਪਣੇ ਆਪ ਨੂੰ ਮਿਟਾ ਕੇ। ਗੁਰੂ ਪਿਆਰਿਓ, ਅੱਜ ਇੰਨਾ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।